ਤੇ ਬੜੀ ਦੇਰ ਤੋਂ ਸਵਾਲ ਵੀ ਖੜੇ ਹੋ ਰਹੇ ਸੀ ਪੰਜਾਬੀ ਸਿਨੇਮੇ ਤੇ ਕਿ ਐਡਾ ਵੱਡਾ ਕੋਈ ਅਟੈਂਪਟ ਕਿਉਂ ਨਹੀਂ ਕਰਦਾ ਸਿਨੇਮਾ, ਕਿਉਂਕਿ ਅਸੀਂ ਸਾਊਥ ਦੀਆਂ ਫਿਲਮਾਂ ਤੋਂ ਪ੍ਰਭਾਵਿਤ ਹੁੰਦੇ ਆ, ਬਾਲੀਵੁੱਡ ਤੋਂ, ਹਾਲੀਵੁੱਡ ਤੋਂ, ਤੇ ਪੰਜਾਬੀ 'ਚ ਕਿਉਂ ਨਹੀਂ ਕੋਈ ਕਰਦਾ। ਉਹ ਜਿਹੜੇ ਸਵਾਲ ਖੜੇ ਹੁੰਦੇ ਸੀ ਨਾ, ਉਹਦਾ ਜਵਾਬ ਰੌਂਗਟੇ ਖੜੇ ਕਰਕੇ ਦਿੱਤਾ। ਇਹ ਜਿਹੜੀ ਇਹ ਤਸਵੀਰ ਹੈ ਨਾ, ਅਸੀਂ ਰੁੱਖ ਬਦਲਦਾ ਹੀ ਦਿਖਾਇਆ। ਅਸਲ 'ਚ ਜੇ ਅਸੀਂ ਇੱਦਾਂ ਰੁੱਖ ਬਦਲਦਾ ਦਿਖਾਉਂਦੇ ਤਾਂ ਉਹ ਦਿਖਾਇਆ ਨਹੀਂ ਜਾ ਸਕਦਾ। ਤਸਵੀਰ ਨੂੰ ਇੱਦਾਂ ਤਾਂ ਪਲਟਾ ਕੇ ਅਸੀਂ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੇ, ਪਿੱਛੇ ਤਾਂ ਸਫੇਦ ਹੀ ਹੁੰਦਾ। ਜਾਂ ਵਿਜ਼ੂਅਲੀ ਪਲਟਾਣਾ ਇੱਕ ਪੋਸਟਰ ਨੂੰ ਅਸੀਂ ਇੱਦਾਂ ਪਲਟਾ ਕੇ ਦਿਖਾ ਸਕਦੇ ਹਾਂ ਕਿ ਉਹਦਾ ਅਸਲ ਦੇ ਵਿੱਚ ਪਰਛਾਵਾਂ ਕੁਛ ਹੋਰ ਹੈ, ਸ਼ਖਸੀਅਤ ਕੁਛ ਹੋਰ ਹੈ ਨਾ। ਮੇਰੇ ਖਿਆਲ ਨਾਲ ਜੋ ਅਸੀਂ ਕਿਤਾਬਾਂ 'ਚ ਪੜ੍ਹਿਆ ਹੀ ਨਹੀਂ ਉਹ ਦਿਖਾਇਆ ਜਾਏਗਾ, ਜਿਹੜਾ ਪੜ੍ਹਨਾ ਚਾਹੀਦਾ ਸੀ। ਇਤਿਹਾਸ ਦੀ ਗੱਲ ਕਿਹੜੇ ਘਰ 'ਚ ਹੁੰਦੀ ਮੈਨੂੰ ਦੱਸ ਦਿਓ। ਆਪਣੇ ਵਿਰਸੇ ਵਿਰਾਸਤ ਦੀ ਗੱਲ ਕਿੱਥੇ ਹੁੰਦੀ ਹੈ? ਕਿ ਗੁਰਦੁਆਰੇ ਮੰਦਰ ਜਾ ਕੇ, ਮਸੀਤੇ ਜਾ ਕੇ, ਗਿਰਜੇ ਜਾ ਕੇ ਮੱਥਾ ਟੇਕਤਾ, ਜਾਂ ਤੁਸੀਂ ਆਪਣੀ ਸ਼ਰਧਾ ਭੇਂਟ ਕਰਤੀ ਕਿ ਰੱਬ ਨਾਲ ਮਿਲਾਪ ਹੋ ਗਿਆ, ਰੱਬ ਮਿਲ ਗਿਆ ਤੁਹਾਨੂੰ। ਇਹ ਤਾਂ ਐਵੇਂ ਇੱਕ ਡਰਿਲ ਹੈ। ਮੈਂ ਤਾਂ ਕਹਿ ਸਕਦਾ, ਮੈਂ ਤਾਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਮੈਨੂੰ ਇੱਦਾਂ ਦਾ ਰੋਲ ਕਦੇ ਕੋਈ ਆਫਰ ਕਰੇਗਾ, ਹੈ ਨਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ। ਤੇ ਮਸਤਾਨੇ ਦਾ ਟ੍ਰੇਲਰ ਪਹਿਲੀ ਵਾਰ ਇੱਦਾਂ ਹੋਇਆ ਕਿ ਸਿਨੇਮਾ ਦੇ ਵਿੱਚ ਰਿਲੀਜ਼ ਹੋਇਆ ਤੇ ਉਹ ਟ੍ਰੇਲਰ ਪਹੁੰਚਣ ਦੇ ਲਈ ਬਹੁਤ ਅਲੱਗ-ਅਲੱਗ ਜਗ੍ਹਾ ਤੋਂ ਲੋਕ ਪਹੁੰਚੇ। ਨਿਹੰਗ ਸਿੰਘ ਵੀ ਪਹੁੰਚੇ, ਗੁਰਪ੍ਰੀਤ ਘੁੱਗੀ ਜੀ ਵੀ ਪਹੁੰਚੇ, ਬਹੁਤ ਸਾਰੇ ਇਹਨਾਂ ਦੇ ਕੋ ਆਰਟਿਸਟ ਵੀ ਪਹੁੰਚੇ। ਅਸੀਂ ਵੀ ਜੋ ਹੈ ਥੀਏਟਰ ਦੇ ਵਿੱਚ ਦੇਖਿਆ ਟ੍ਰੇਲਰ ਨੂੰ, ਬਾ ਕਮਾਲ ਰੌਂਗਟੇ ਖੜੇ ਕਰ ਦਿੱਤੇ ਸਰ ਟ੍ਰੇਲਰ ਨੇ। ਸੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਤੇ। ਜ਼ਰੂਰ ਜਾਣਨਾ ਚਾਹੂੰਗੀ ਕਿ ਇਹ ਇੰਨਾ ਵੱਡਾ ਕਨਸੈਪਟ ਜ਼ਹਿਨ 'ਚ ਕਿਸ ਤਰ੍ਹਾਂ ਆਇਆ ਕਿ ਇਸ ਨੂੰ ਸਿਨੇਮਾ ਘਰ ਦੇ ਵਿੱਚ ਟ੍ਰੇਲਰ ਨੂੰ ਲਾਂਚ ਕੀਤਾ ਜਾਵੇ। ਦੇਖੋ, ਤੁਸੀਂ ਕਿਹਾ ਰੌਂਗਟੇ ਖੜੇ ਕਰ ਦਿੱਤੇ, ਤੇ ਬੜੀ ਦੇਰ ਤੋਂ ਸਵਾਲ ਵੀ ਖੜੇ ਹੋ ਰਹੇ ਸੀ ਪੰਜਾਬੀ ਸਿਨੇਮੇ ਤੇ ਕਿ ਐਡਾ ਵੱਡਾ ਕੋਈ ਅਟੈਂਪਟ ਕਿਉਂ ਨਹੀਂ ਕਰਦਾ ਸਿਨੇਮਾ, ਕਿਉਂਕਿ ਅਸੀਂ ਸਾਊਥ ਦੀਆਂ ਫਿਲਮਾਂ ਤੋਂ ਪ੍ਰਭਾਵਿਤ ਹੁੰਦੇ ਆ, ਬਾਲੀਵੁੱਡ ਤੋਂ, ਹਾਲੀਵੁੱਡ ਤੋਂ, ਤੇ ਪੰਜਾਬੀ 'ਚ ਕਿਉਂ ਨਹੀਂ ਕੋਈ ਕਰਦਾ। ਉਹ ਜਿਹੜੇ ਸਵਾਲ ਖੜੇ ਹੁੰਦੇ ਸੀ ਨਾ, ਉਹਦਾ ਜਵਾਬ ਰੌਂਗਟੇ ਖੜੇ ਕਰਕੇ ਦਿੱਤਾ। ਹਾਂਜੀ। ਔਰ ਦੂਜੀ ਗੱਲ ਇਹ ਹੈ ਜੀ ਕਿ ਇਹ ਵੈਸੇ ਤਾਂ ਮੈਂ ਕਹਾਂ ਕਿ ਸਾਡੀ ਕੋਈ ਸੋਚ ਮੇਰੀ ਹੈ ਤਾਂ ਉਹ ਤਾਂ ਨਹੀਂ ਹੈ, ਕਿਉਂਕਿ ਸਾਡੀ ਤਾਂ ਨਾਲ ਹੈ ਨਾ, ਜਿੱਦਾਂ ਸੁੰਦਰ ਮੁੰਦਰੀ ਇੱਕ ਹੋਰ ਅਸੀਂ ਮਗਰ ਹੋ ਕਹਿਣ ਵਾਲੇ ਹਾਂ। ਅਸਲ 'ਚ ਵਿਹਲੀ ਜਨਤਾ ਪ੍ਰੋਡਕਸ਼ਨਸ, ਤਰਸੇਮ ਜੱਸੜ ਹੁਣੀ, ਮਨਪ੍ਰੀਤ ਜੌਲ ਹੁਣੀ, ਉਹਨਾਂ ਦਾ ਥੋਟ, ਉਹਨਾਂ ਦੀਆਂ ਮਤਲਬ ਇਹਦੇ 'ਚ ਇਨਵੈਸਟਮੈਂਟਸ ਹੈ ਨਾ ਨਾਲ। ਅਤੇ ਫਿਰ ਸ਼ਰਨ ਆਰਟਸ ਤੋਂ ਮੁੰਡਾ ਸ਼ਰਨ, ਆਪਣਾ ਵੀਰ ਹੈ ਨਿੱਕਾ, ਉਹਦੀ ਇੱਕ ਕਮਾਲ ਦੀ ਸੋਚ, ਇਸ ਤਰ੍ਹਾਂ ਦਾ ਕੌਨਸੈਪਟ ਲੈ ਕੇ ਆਉਣਾ। ਇਹ ਰਲ ਮਿਲ ਕੇ ਚੀਜ਼ਾਂ ਬਣਦੀਆਂ ਨੇ। ਫਿਰ ਉਹਨਾਂ ਦਾ ਜਿਹੜਾ ਕਰੈਕਟਰ ਮੇਰੇ ਤੋਂ ਕਰਾ ਰਹੇ ਨੇ, ਉਹ ਮੈਨੂੰ ਔਨ ਬੋਰਡ ਲੈ ਕੇ ਮੇਰੇ 'ਤੇ ਟਰਸਟ ਕਰਨਾ ਕਿ ਉਹ ਜਿਹੜਾ ਇੱਕ ਸਪੈਸ਼ਲ ਇੱਕ ਅਲੱਗ ਤਰ੍ਹਾਂ ਦਾ ਰੋਲ ਆ, ਮੈਂ ਕਰ ਲਾਂਗਾ। ਸੋ ਇਹ ਚੀਜ਼ਾਂ ਇੱਦਾਂ ਜੁੜ ਕੇ ਬਣਦੀਆਂ ਨੇ। ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮਨਪ੍ਰੀਤ ਜੀ ਕਿ ਤੁਸੀਂ ਹੁਣ ਵੀ ਦੇਖੋ, ਮੇਰੀ ਨਾ ਸਾਲ 2 ਸਾਲ ਬਾਅਦ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਹੈ। ਉਹ 2008 ਦੀ ਹੈ, ਜਿਹਦੇ 'ਚੋਂ ਮਹਾਰਾਜਾ ਰਣਜੀਤ ਸਿੰਘ ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੀ ਗੱਲ ਅਸੀਂ ਕਰਦੇ ਹਾਂ। ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਕਿਉਂ ਨਹੀਂ ਦੱਸਦੇ। ਇਹ ਗੱਲਾਂ ਮੈਂ ਸਟੇਜ ਤੋਂ 2008 'ਚ ਕਹੀਆਂ ਸੀ। ਅੱਜ ਵੀ ਮੈਨੂੰ ਹੁਣੇ ਵੀ ਕਲਿੱਪ ਆਇਆ ਕਿਸੇ ਮਤਲਬ ਫਾਰਵਰਡ ਹੋ ਕੇ। ਉਹ ਕੀ ਹੈ ਕਿ ਉਹਨਾਂ ਚੀਜ਼ਾਂ ਦਾ ਅਸਰ ਤਾਂ ਹੁੰਦਾ ਹੈ, ਜਾਗਰਤੀ ਆਉਂਦੀ ਹੈ। ਅੱਜ ਉਸ ਗੱਲ ਨੂੰ 2008 ਤੋਂ ਬਾਅਦ ਦੇਖ ਲਓ, 2023 ਕਿੰਨੇ ਸਾਲ ਹੋ ਗਏ ਹੋਣਗੇ, 15 ਸਾਲ ਲੱਗੇ ਭਾਵੇਂ ਇਸ ਗੱਲ ਨੂੰ, ਪਰ ਇੱਕ ਲੋਕਾਂ 'ਚ ਜਾਗਰਤੀ ਆਈ ਹੈ ਨਾ। ਅਤੇ ਉਹ ਚੀਜ਼ ਅੱਜ ਬਣਨੀ ਸ਼ੁਰੂ ਹੋਈ ਹੈ। ਔਰ ਮਹਾਰਾਜ ਕਿਰਪਾ ਕਰਨਗੇ। ਹੁਣ ਜਿਹੜਾ ਸਾਡਾ ਗੌਰਵਮਈ ਇਤਿਹਾਸ ਹੈ, ਇਹ ਬਾਖੂਬੀ ਪਰਦੇ 'ਤੇ ਰੂਪਮਾਨ ਹੋਣਾ ਸ਼ੁਰੂ ਹੋ ਜਾਏਗਾ ਹੁਣ। ਸੋ ਸਰ, ਜਿਸ ਤਰ੍ਹਾਂ ਤੁਸੀਂ ਹੁਣੇ ਆਪਣੀ ਗੱਲ ਕੀਤੀ ਕਿ ਰੀਲਸ ਮੇਰੇ ਤੱਕ ਪਹੁੰਚੀਆਂ, ਮੈਂ ਵੀ ਬਹੁਤ ਸਾਰੀ ਰੀਲਸ ਦੇਖੀਆਂ ਨੇ, ਸ਼ਾਇਦ ਮੈਂ ਸੇਵ ਵੀ ਕੀਤੀਆਂ ਨੇ। ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਨੂੰ ਦਿਖਾਵਾਂ। ਮੈਂ ਸੋਚਿਆ ਸੀਗਾ ਕਿ ਜਦੋਂ ਤੁਹਾਡੇ ਨਾਲ ਗੱਲ ਹੋਏਗੀ ਮੈਂ ਤੁਹਾਨੂੰ ਰੀਲਸ ਦਿਖਾਊਂਗੀ। ਮੈਂ ਸਪੈਸ਼ਲ ਸੇਵ ਕਰਕੇ ਰੱਖੀਆਂ ਨੇ, ਤੇ ਹੁਣ ਇੱਥੇ ਇੰਟਰਨੈਟ ਦੇ ਇਸ਼ੂ ਕਰਕੇ ਉਹ ਦੁਬਾਰਾ ਆਉਣਗੀਆਂ ਨਹੀਂ ਸਾਹਮਣੇ, ਬਟ ਜਦੋਂ ਮਿਲੀਆਂ ਮੈਂ ਤੁਹਾਨੂੰ ਸਪੈਸ਼ਲੀ ਦਿਖਾਊਂਗੀ। ਬਹੁਤ ਸਾਰੀਆਂ ਰੀਲਾਂ ਤੁਹਾਡੀਆਂ ਮੇਰੇ ਤੱਕ ਆਈਆਂ। ਮੇਰਾ ਸਵਾਲ ਵੀ ਪੁੱਛਣਾ ਸੀਗਾ ਮੈਂ ਤੁਹਾਨੂੰ ਉਹਦੇ 'ਤੇ। ਬਾਕੀ ਸਰ, ਮੈਂ ਪੋਸਟਰ ਦੇਖ ਰਹੀ ਹਾਂ ਮਸਤਾਨੇ ਦਾ, ਜਿਸ ਤਰ੍ਹਾਂ VFX ਦਾ ਕੰਮ ਹੋਇਆ, ਡਬਲ ਸ਼ੇਡਿੰਗ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ, ਪੋਸਟਰ ਦੇ ਵਿੱਚ। ਤੇ ਇਹਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹੂੰਗੀ, ਕਿਉਂਕਿ ਆਮ ਅਸੀਂ ਨਾਰਮਲ ਪੋਸਟਰਸ ਦੇਖਦੇ ਹਾਂ, ਉਹ ਸਿੰਪਲ ਪੋਸਟਰਸ ਹੁੰਦੇ ਨੇ, ਜਿਸ ਤਰ੍ਹਾਂ ਫੋਟੋਜ਼ ਕਲਿੱਕ ਹੋ ਗਈਆਂ, ਜੋ ਵੀ ਕ੍ਰੀਏਟੀਵਿਟੀ ਕਰਨੀ, ਪਰ ਇਹਦੇ ਵਿੱਚ ਡਬਲ ਸ਼ੇਡਿੰਗ ਹੈ। ਦੇਖੋ, ਜ਼ਿੰਦਗੀ ਦਾ ਜਦੋਂ ਰੁੱਖ ਬਦਲਦਾ, ਪਾਸਾ ਪਲਟਦਾ, ਅਸੀਂ ਕਹਿੰਦੇ ਨਾ ਯਾਰ ਮੇਰੀ ਜ਼ਿੰਦਗੀ ਦੀ ਤਾਂ ਤਸਵੀਰ ਬਦਲ ਗਈ। ਅਕਸਰ ਇਹ ਕਹਿੰਦੇ ਆ, ਰੁੱਖ ਬਦਲ ਗਿਆ ਮੇਰੀ ਜ਼ਿੰਦਗੀ ਦਾ। ਹੁਣ ਇਹ ਜਿਹੜੀ ਇਹ ਤਸਵੀਰ ਹੈ ਨਾ, ਅਸੀਂ ਰੁੱਖ ਬਦਲਦਾ ਹੀ ਦਿਖਾਇਆ। ਅਸਲ 'ਚ ਜੇ ਅਸੀਂ ਇੱਦਾਂ ਰੁੱਖ ਬਦਲਦਾ ਦਿਖਾਉਂਦੇ ਤਾਂ ਉਹ ਦਿਖਾਇਆ ਨਹੀਂ ਜਾ ਸਕਦਾ। ਤਸਵੀਰ ਨੂੰ ਇੱਦਾਂ ਤਾਂ ਪਲਟਾ ਕੇ ਅਸੀਂ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੇ, ਪਿੱਛੇ ਤਾਂ ਸਫੇਦ ਹੀ ਹੁੰਦਾ। ਜਾਂ ਵਿਜ਼ੂਅਲੀ ਪਲਟਾਣਾ ਇੱਕ ਪੋਸਟਰ ਨੂੰ ਅਸੀਂ ਇੱਦਾਂ ਪਲਟਾ ਕੇ ਦਿਖਾ ਸਕਦੇ ਹਾਂ ਕਿ ਉਹਦਾ ਅਸਲ ਦੇ ਵਿੱਚ ਪਰਛਾਵਾਂ ਕੁਛ ਹੋਰ ਹੈ, ਸ਼ਖਸੀਅਤ ਕੁਛ ਹੋਰ ਹੈ ਨਾ।
ਇਹ ਉਹਨਾਂ ਦਾ ਪਰਛਾਵਾਂ ਹੈ, ਪਿਛੋਕੜ ਹੈ ਉਹਨਾਂ ਕਿਰਦਾਰਾਂ ਦਾ ਜਿਹੜਾ ਪਿੱਛੇ ਰਹਿ ਗਿਆ ਹੈ ਨਾ। ਇਹ ਤੁਸੀਂ ਦੇਖੋ ਨਾ, ਇਹਨੂੰ ਹੁਣ ਤੁਸੀਂ ਇਦਾਂ ਕਰਕੇ ਦੇਖੋਗੇ ਤਾਂ ਤਸਵੀਰ ਹੋਰ ਹੈ, ਇਸ ਤਰ੍ਹਾਂ ਕਰਕੇ ਦੇਖੋਗੇ ਤਸਵੀਰ ਹੋਰ ਹੈ। ਸੋ ਇਹ ਟਰਾਂਸਫੋਰਮੇਸ਼ਨ ਨੂੰ ਸਿੰਬੋਲਿਕ ਤਰੀਕੇ ਨਾਲ ਦਿਖਾਇਆ ਗਿਆ। ਬਿਲਕੁਲ ਸਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਆਪਾਂ ਦੇਖਿਆ ਵੀ ਆ ਕਿ ਜਿਹੜੀ ਸਿੱਖ ਇਤਿਹਾਸ ਦੀ ਨੌਲੇਜ ਦੀ ਗੱਲ ਕਰੀਏ, ਕਿਤਾਬਾਂ ਦੀ ਗੱਲ ਕਰੀਏ, ਉਹ ਜਿਹੜੀਆਂ ਅਸੀਂ ਸਕੂਲ ਟਾਈਮ ਪੜ੍ਹੀਆਂ ਨੇ ਉਹਦੇ ਵਿੱਚ ਸ਼ਾਇਦ ਅਸੀਂ ਇੰਨੀ ਜ਼ਿਆਦਾ ਆਪਣੇ ਕੋਲ ਇਨਫੋਰਮੇਸ਼ਨ ਨਾ ਆਈ ਹੋਵੇ, ਆਪਣੇ ਤੱਕ ਨਾ ਪਹੁੰਚਾਈ ਗਈ ਹੋਵੇ। ਹਾਲਾਂਕਿ ਇਹ ਜਿਹੜੇ ਅਸੀਂ ਟ੍ਰੇਲਰ ਨੂੰ ਦੇਖਿਆ, ਇਹਦੇ ਵਿੱਚ ਵੀ ਬਹੁਤ ਕੁਝ ਜਿਹੜਾ ਆਪਾਂ ਨੂੰ ਸਿੱਖਣ ਨੂੰ ਮਿਲਿਆ। ਔਰ ਜਦੋਂ ਪੂਰੀ ਫਿਲਮ ਦੇਖਾਂਗੇ ਉਦੋਂ ਮੈਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਤੋਂ ਅਸੀਂ ਵਾਂਝੇ ਹਾਂ ਉਹ ਸਾਰਾ ਕੁਝ ਸਾਹਮਣੇ ਆਏਗਾ। ਸੋ ਜਿਹੜੀਆਂ ਅਸੀਂ ਕਿਤਾਬਾਂ ਦੇ ਵਿੱਚ ਪੜ੍ਹੀ ਆ ਚੀਜ਼, ਉਹ ਇਹਨਾਂ ਦੇ ਵਿੱਚ ਦਰਸਾਈ ਜਾਏਗੀ ਜਾਂ ਕੀ ਖਾਸ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਇਸ ਫਿਲਮ ਨੂੰ ਬਣਾਇਆ ਗਿਆ? ਮੇਰੇ ਖਿਆਲ ਨਾਲ ਜੋ ਅਸੀਂ ਕਿਤਾਬਾਂ 'ਚ ਪੜ੍ਹਿਆ ਹੀ ਨਹੀਂ ਉਹ ਦਿਖਾਇਆ ਜਾਏਗਾ, ਜਿਹੜਾ ਪੜ੍ਹਨਾ ਚਾਹੀਦਾ ਸੀ। ਅਸਲ ਦੇ ਵਿੱਚ ਸਾਡੀ ਸੁਸਾਇਟੀ ਦੀ ਪ੍ਰੋਬਲਮ ਕੀ ਹੈ ਕਿ ਅਸੀਂ ਬਚਪਨ ਤੋਂ ਅੱਜ ਬੱਚੇ ਦੇ ਦਿਮਾਗ 'ਚ ਸਕੂਲ ਦੇ ਗ੍ਰੇਡ ਪਾਤੇ ਵੀ ਆ, ਅੱਜ ਕੱਲ੍ਹ ਉਹ ਹੋਰ ਹੀ ਨਾਂ ਚੱਲ ਪਿਆ ECG, ਪਤਾ ਨਹੀਂ ਕੀ ਹੁੰਦੀ ਹੈ ਐਵੇਂ ਹੁੰਦਾ ਨਾ ਕੋਈ ਬੱਚੇ ਦਾ, ਉਹ ਆਉਣਾ ਚਾਹੀਦਾ ਇੰਨਾ ਨਾ, ਆਹ ਪੈਟਰਨ 'ਚ ਹੁੰਦਾ, ਉਹ ਕਿੰਨਾ ਆ ਗਿਆ ਜੀ। ਉਹ ਮਾਂ ਪਿਓ ਨੂੰ ਤਾਂ ਖੈਰ ਪਤਾ ਹੀ ਨਹੀਂ ਲੱਗਦਾ ਉਹ ਕਿਵੇਂ ਡਿਸਾਈਡ ਕਰਦੇ ਨੇ। ਫਿਰ ਉਸ ਤੋਂ ਬਾਅਦ ਅਸੀਂ ਬੱਚੇ ਦੇ ਨਾ ਮੈਰਿਟ ਲਿਸਟ 'ਚ ਆਉਣਾ ਚਾਹੀਦਾ, ਉਹਨੂੰ ਨੀਟ ਕਲੀਅਰ ਕਰਨੀ ਚਾਹੀਦੀ, ਆਹ ਚੀਜ਼ਾਂ ਦਾ ਪ੍ਰੈਸ਼ਰ ਹੀ ਹੈ। ਉਸ ਤੋਂ ਬਾਅਦ ਨੀਟ ਕਲੀਅਰ ਕਰਕੇ ਤਾਂ ਰੈਂਕ ਕਿਹੜਾ ਆਇਆ, ਕਿੱਥੇ ਐਡਮਿਸ਼ਨ ਮਿਲੀ ਹੈ, ਇਹਦੇ 'ਚ ਲਾਈਫ ਲੰਘ ਜਾਂਦੀ। ਬਾਅਦ 'ਚ ਬੱਚੇ ਦਾ ਵਿਆਹ ਹੋ ਜਾਂਦਾ, ਉਨੀ ਦੇਰ ਤੱਕ ਐਨਕਾਂ ਲੱਗ ਜਾਂਦੀਆਂ, ਐਨਕਾਂ ਵਾਲੀ ਇੱਕ ਹੋਰ ਆ ਜਾਂਦੀ ਘਰ 'ਚ। ਉਹ ਆਪਣੇ ਕੈਲੀਬਰ ਦੀ ਲਏਗਾ ਨਾ ਵੋਟੀ ਵੀ ਉਹ, ਤਾਂ ਦਿਸ ਇਜ਼ ਲਾਈਫ ਹੈ ਨਾ। ਉਸ ਤੋਂ ਬਾਅਦ ਕੁਛ ਨਹੀਂ ਹੈਗਾ। ਅਤੇ ਉਹ ਜ਼ਿੰਦਗੀ 'ਚ ਮਿਸ ਕਿੰਨਾ ਕੁਛ ਕਰ ਰਹੇ। ਇਸ ਤੋਂ ਇਲਾਵਾ ਜੇ ਜ਼ਿੰਦਗੀ 'ਚ ਹੈਗਾ ਵਿਆਹ ਕਿੱਦਾਂ ਦਾ ਕੀਤਾ, ਵਿਆਹ 'ਤੇ ਖਰਚਾ ਕਿੰਨਾ ਕੀਤਾ, ਅਸੀਂ ਕਿਹਨਾਂ ਦੇ ਵਿਆਹ 'ਤੇ ਗਏ, ਕੀ ਖਾਧਾ, ਕੋਠੀ ਕਿੱਦਾਂ ਦੀ ਪਾਈ, ਗੱਡੀ ਕਿਹੜੀ ਰੱਖੀ ਹੈ, ਮੋਬਾਈਲ ਕਿਹੜਾ ਰੱਖਿਆ, ਇਹੀ ਲਾਈਫ ਹੈ ਬਸ। ਇਤਿਹਾਸ ਦੀ ਗੱਲ ਕਿਹੜੇ ਘਰ 'ਚ ਹੁੰਦੀ ਮੈਨੂੰ ਦੱਸ ਦਿਓ। ਆਪਣੇ ਵਿਰਸੇ ਵਿਰਾਸਤ ਦੀ ਗੱਲ ਕਿੱਥੇ ਹੁੰਦੀ ਹੈ? ਕਿ ਗੁਰਦੁਆਰੇ ਮੰਦਰ ਜਾ ਕੇ, ਮਸੀਤੇ ਜਾ ਕੇ, ਗਿਰਜੇ ਜਾ ਕੇ ਮੱਥਾ ਟੇਕਤਾ, ਜਾਂ ਤੁਸੀਂ ਆਪਣੀ ਸ਼ਰਧਾ ਭੇਂਟ ਕਰਤੀ ਕਿ ਰੱਬ ਨਾਲ ਮਿਲਾਪ ਹੋ ਗਿਆ, ਰੱਬ ਮਿਲ ਗਿਆ ਤੁਹਾਨੂੰ। ਇਹ ਤਾਂ ਐਵੇਂ ਇੱਕ ਡਰਿਲ ਹੈ ਜਿਹੜੀ ਅਸੀਂ ਡਰਿਲ ਕਰਦੇ ਹਾਂ, ਔਰ ਲੱਗਦਾ ਕਿ ਅਸੀਂ ਆਪਣੀ ਇੱਕ ਫਰਜ਼ ਪੂਰਾ ਕਰ ਲਿਆ। ਪਰ ਇਹ ਫਰਜ਼ ਪੂਰੇ ਕਰਨ ਵਾਲੀ ਗੱਲ ਨਹੀਂ ਹੈਗੀ, ਇਹ ਕਰਜ਼ ਪੂਰੇ ਕਰਨ ਵਾਲੀ ਗੱਲ ਹੈ। ਤੁਸੀਂ ਸਮੇਂ ਦਾ ਤੁਹਾਡੇ 'ਤੇ ਕਰਜ਼ਾ ਹੈ, ਤੁਹਾਡੇ ਸ਼ਹੀਦਾਂ ਦਾ, ਤੁਹਾਡੇ ਲਈ ਲੜਨ ਮਰਨ ਵਾਲਿਆਂ ਦਾ, ਤੁਹਾਡੇ ਲਈ ਜੂਝਣ ਵਾਲਿਆਂ ਦਾ ਇੱਕ ਕਰਜ਼ਾ ਹੈ ਤੁਹਾਡੇ ਸਿਰ। ਉਹ ਕਰਜ਼ਾ ਉਤਾਰਨ ਲਈ ਆਪਾਂ ਹੋਰ ਕੁਛ ਨਹੀਂ ਕਰ ਸਕਦੇ। ਕਰਜ਼ਾ ਅੱਗੇ ਤਾਂ ਬੱਚੇ ਨੂੰ ਦੱਸ ਜਾਈਏ ਨਾ ਵੀ ਬੇਟੇ ਇਹ ਕਰਜ਼ਾ ਹੈਗਾ ਆਪਣੇ ਸਿਰ 'ਤੇ, ਕਿ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਨਾਲ ਹੀ ਖ਼ਤਮ ਹੋ ਜਾਏ ਚੀਜ਼। ਬੱਚੇ ਨੂੰ ਦੱਸ ਜਾਓ ਵੀ ਬੇਟੇ ਇਹਨਾਂ ਦਾ ਕਰਜ਼ਾ ਸਾਡੇ ਸਿਰ ਹੈਗਾ, ਜਦੋਂ ਲਾਇਆ ਗਿਆ ਲਾ ਦੇਈਂ। ਉਹ ਅੱਗੋਂ ਆਪਣੇ ਬੱਚੇ ਨੂੰ ਦੱਸ ਜਾਏਗਾ, ਲਾਇਆ ਗਿਆ ਤਾਂ ਲਾਇਆ ਹੀ ਜਾਏਗਾ, ਨਹੀਂ ਤਾਂ ਘੱਟੋ ਘੱਟ ਆਦਰ ਮਾਨ ਤਾਂ ਉਹਨਾਂ ਦਾ ਕਰਦੇ ਰਵਾਂਗੇ ਨਾ ਜਿਨ੍ਹਾਂ ਦੇ ਅਸੀਂ ਕਰਜ਼ਦਾਰ ਹਾਂ। ਇਹ ਇਤਿਹਾਸ ਦਾ ਫਰਜ਼ ਹੁੰਦਾ ਕਿ ਤੁਹਾਨੂੰ ਦੱਸਦਾ ਰਹੇ ਤੁਸੀਂ ਕਿਹਨਾਂ ਦੇ ਰਿਣੀ ਹੋ। ਅਤੇ ਅਸੀਂ ਇਤਿਹਾਸ ਦੀ ਕਦੇ ਘਰਾਂ 'ਚ ਗੱਲ ਹੀ ਨਹੀਂ ਹੁੰਦੀ, ਸਿਵਾਏ ਖਾਣੇ ਤੋਂ, ਪਾਣ ਤੋਂ, ਬ੍ਰਾਂਡ ਤੋਂ। ਆ ਜਿਹੜੇ ਅੱਜ ਕੱਲ੍ਹ ਘਰਾਂ 'ਚ ਹੀ ਖਾਣੇ ਡਿਲੀਵਰ ਹੋਣ ਲੱਗ ਪਏ ਨੇ, ਬੱਚੇ ਉੱਥੇ ਤੱਕ ਮਤਲਬ ਨਿਰਭਰ ਕਰਦੇ ਨੇ। ਬੱਚਿਆਂ ਦੇ ਮਾਂ ਪਿਓ ਨਾਲ ਕਨੈਕਸ਼ਨ ਨਹੀਂ ਰਹਿ ਗਏ। ਅਸੀਂ ਸੋਚਦੇ ਹਾਂ ਵੀ ਅਸੀਂ ਬੱਚਿਆਂ ਨੂੰ ਸਭ ਕੁਝ ਦੇ ਦਿੱਤਾ, ਪਰ ਅਸੀਂ ਸਭ ਕੁਝ ਗਵਾ ਰਹੇ ਹਾਂ ਬੱਚਿਆਂ ਦਾ, ਕਿਉਂਕਿ ਅਸੀਂ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਹੀ ਨਹੀਂ ਜੋੜ ਰਹੇ। ਔਰ ਜਿਹੜਾ ਪਲਾਂਟਰ 'ਚ ਪਿਆ ਬੂਟਾ, ਉਹ 'ਤੇ ਚੱਕ ਕੇ ਦਿਹਾੜੀ 'ਚ 3 ਵਾਰੀ ਥਾਂ ਬਦਲ ਦਿੱਤੀ ਜਾਂਦੀ ਹੈ। ਔਰ ਜਿਹੜਾ ਪਲਾਂਟਰ 'ਚ ਵੀ ਨਹੀਂ ਲੱਗਾ ਹੋਇਆ, ਉਹ ਤਾਂ ਪਤਾ ਹੀ ਨਹੀਂ ਕਦੋਂ ਕਿੱਥੇ ਰੁੱਲ ਖੁੱਲ੍ਹ ਜਾਏਗਾ ਹੈ ਨਾ। ਸੋ ਜੇ ਉਹਨਾਂ ਨੂੰ ਰੁੱਖ ਬਣਾਉਣਾ ਬੱਚਿਆਂ ਨੂੰ, ਤਾਂ ਜੜ੍ਹਾਂ ਲਾਉਣੀਆਂ ਪੈਣਗੀਆਂ ਉਹਨਾਂ ਦੀਆਂ। ਬਿਲਕੁਲ। ਸੋ ਸਰ, ਜਿਸ ਤਰ੍ਹਾਂ ਅਸੀਂ ਤੁਹਾਨੂੰ ਦੇਖਿਆ ਹਮੇਸ਼ਾ ਕਾਮੇਡੀ ਕਰਦੇ ਹਾਂ, ਸੋ ਇਹ ਕਿਰਦਾਰ ਜਦੋਂ ਤੁਹਾਡੇ ਤੱਕ ਪਹੁੰਚਿਆ, ਜਿਵੇਂ ਤੁਸੀਂ ਦੱਸਿਆ ਕਿ ਕਾਮੇਡੀ ਜਦੋਂ ਮੈਂ ਕਰਦਾ ਸੀ ਉਦੋਂ ਮਜਬੂਰੀ ਸੀ, ਮਜਬੂਰੀ 'ਚ ਸ਼ੁਰੂ ਕੀਤੀ ਸੀ ਮੈਂ ਕਾਮੇਡੀ ਕਰਨੀ, ਪਰ ਇਹ ਕਿਰਦਾਰ ਜਿਹੜਾ ਇੱਕ ਛਾਪ ਛੱਡ ਕੇ ਜਾਏਗਾ। ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚੀ ਇਹ ਫਿਲਮ, ਤੁਹਾਨੂੰ ਕਿਸ ਤਰ੍ਹਾਂ ਅਪਰੋਚ ਕੀਤਾ ਗਿਆ? ਬਿਲਕੁਲ, ਦੇਖੋ ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਕਾਮੇਡੀ ਮਜਬੂਰੀ ਇੱਦਾਂ ਕਿ ਇਹ ਨਹੀਂ ਕਿ ਕਾਮੇਡੀ ਮੇਰੀ ਕੋਈ ਮਜਬੂਰੀ ਹੈ। ਕਾਮੇਡੀ ਤਾਂ ਮੈਂ ਲਵ ਕਰਦਾ। ਕਾਮੇਡੀ ਲੋਕ ਮੇਰੇ ਕੋਲ ਸੁਣ ਕੇ ਜਦੋਂ ਹੱਸਦੇ, ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਬ੍ਰਹਿਮੰਡ ਦੇ ਕਿੰਨੇ ਸਿਤਾਰੇ ਝੋਲੀ 'ਚ ਆ ਕੇ ਪੈ ਗਏ, ਜਦੋਂ ਲੋਕਾਂ ਦੀਆਂ ਮੈਨੂੰ ਕਿਲਕਾਰੀਆਂ, ਹਾਸੇ ਠਾਕ ਕੇ ਸੁਣਦੇ ਆ। ਪਰ ਮੈਂ ਸੱਚ ਦੱਸਾਂ, ਮੈਂ ਬੇਸਿਕਲੀ ਥੀਏਟਰ ਆਰਟਿਸਟ ਸੀਗਾ। ਮੇਰਾ ਜਲੰਧਰ TV ਤੋਂ ਕਿੰਨਾ ਸੀਰੀਅਲ ਮਸ਼ਹੂਰ ਹੋਇਆ ਸੀ, ਪਰਛਾਵੇਂ। ਮੈਂ ਤਾਂ ਸੀਰੀਅਸ ਕਿਰਦਾਰ ਕਰਦਾ ਹੁੰਦਾ ਸੀ। ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਵੀ ਯਾਰ ਸੀਰੀਅਸ ਐਕਟਰ ਨੂੰ ਜ਼ਿਆਦਾ ਪੈਸੇ ਪੂਸੇ ਨਹੀਂ ਮਿਲਦੇ, ਉਹ ਖੱਜਲ ਹੀ ਹੁੰਦਾ ਰਹਿੰਦਾ ਵਿਚਾਰਾ। ਅਤੇ ਉਦੋਂ ਦੀ ਗੱਲ ਕਰਦਾ, ਹੁਣ ਤਾਂ ਸਾਰਿਆਂ ਨੂੰ ਖੈਰ ਮਿਲਣ ਲੱਗ ਗਏ ਪੈਸੇ, ਫਿਲਮਾਂ ਬਣਦੀਆਂ। ਉਦੋਂ TV ਦਾ ਜ਼ਮਾਨਾ ਹੁੰਦਾ ਸੀ, ਦੂਰਦਰਸ਼ਨ ਦਾ। ਅਤੇ ਫਿਰ ਮੈਂ ਕਾਮੇਡੀ ਕਰਨੀ ਸ਼ੁਰੂ ਕੀਤੀ, ਮੈਨੂੰ ਪ੍ਰੋਗਰਾਮ ਮਿਲਣ ਲੱਗ ਗਏ, ਮੇਲਿਆਂ ਮੂਲਿਆਂ 'ਤੇ, ਹੋਰ ਲੋਕਾਂ ਦੇ ਪ੍ਰੋਗਰਾਮ। ਫਿਰ ਇੱਦਾਂ ਹੀ ਆਡੀਓ ਕੈਸਟਸ ਆਉਣ ਲੱਗ ਪਈਆਂ, ਪੈਸੇ ਜ਼ਿਆਦਾ। ਕਾਮੇਡੀ ਨੇ ਮੈਨੂੰ ਫਿਰ ਇੱਕ ਮਤਲਬ ਬ੍ਰੈਡ ਐਂਡ ਬਟਰ ਮੇਰਾ ਸੌਖਾ ਕੀਤਾ, ਅਤੇ ਮੈਨੂੰ ਲੱਗਾ ਵੀ ਇਹ ਚੀਜ਼ ਬਹੁਤ ਵਧੀਆ। ਪਰ ਅੰਦਰ ਤਾਂ ਕਲਾਕਾਰ ਬੈਠਾ ਸੀ ਨਾ ਛੁਪ ਕੇ, ਜਿਹੜਾ ਚਾਹੁੰਦਾ ਸੀ ਵੀ ਯਾਰ ਉਹ ਪਰਛਾਵੇਂ ਵਾਲਾ ਬੁਲਾਰਾ ਕਿੱਥੇ ਗਿਆ, ਹੈ ਨਾ। ਫਿਰ ਉਹ ਕਦੇ ਕਦੇ ਇੱਦਾਂ ਦਾ ਮੌਕਾ ਮਿਲਦਾ, ਕਦੇ ਇੱਕ ਕੁੜੀ ਪੰਜਾਬ ਦੇ ਵਿੱਚ ਲਾਲੀ ਬਾਬਾ ਕਰਕੇ ਮਨ ਨੂੰ ਖੁਸ਼ੀ ਮਿਲਦੀ, ਕਦੀ ਦਾਣਾ ਪਾਣੀ ਵਰਗੀ ਫਿਲਮ ਕਰ ਲਓ ਅਤੇ ਉਹਦੇ ਵਿੱਚ
ਅਰਦਾਸ ਨੇ ਤਾਂ ਤ੍ਰਿਪਤ ਕਰਤਾ, ਇੱਕ ਵਾਰੀ ਸਾਲਾਂ ਦੀ ਭੁੱਖ ਮਿਟਾਤੀ ਸੀ ਮੇਰੀ ਅਰਦਾਸ ਕਰਾਂ ਨੇ ਵੀ। ਪਰ ਅਜੇ ਵੀ ਇੱਕ ਅੰਦਰ ਉਹ ਚੀਜ਼ ਸੀਗੀ ਜਿਹੜੀ ਚੀਜ਼ ਮੈਨੂੰ ਲੱਗਦਾ ਸੀ ਕਿ ਜਿਹੜੀ ਡੈਪਥ ਹੈ ਅੰਦਰ ਹੈ ਨਾ ਕਿਸੇ ਕਿਰਦਾਰ ਨੂੰ ਨਿਭਾਉਣ ਵਾਲੀ, ਕਿਉਂਕਿ ਉਹਦੇ 'ਚ ਵੀ ਮੈਂ ਮਾਸਟਰ ਗੁਰਮੁਖ ਸਿੰਘ ਮੈਂ ਇੱਦਾਂ ਹੀ ਹਾਂ ਹੈ ਨਾ, ਪਰ ਮੈਨੂੰ ਸੀ ਮੈਂ ਇੱਕ ਡਿਫਰੈਂਟ ਜ਼ੋਨਰ ਦਾ ਡਿਫਰੈਂਟ ਯੁੱਗ ਦਾ ਕੋਈ ਕਿਰਦਾਰ ਕਰਨਾ ਚਾਹੁੰਦਾ ਸੀ। ਉਹ ਫਿਰ ਇਹਦੇ 'ਚ ਮੈਨੂੰ ਮੌਕਾ ਮਿਲਿਆ। ਹਾਲਾਂਕਿ ਫਿਲਮ 4 ਸਾਲ ਤੋਂ ਬਣਦੀ ਰੁਕ ਰਹੀ ਸੀ, ਔਰ ਇਹ ਫਿਲਮ 'ਚ ਮਤਲਬ ਫਿਲਮ ਬਣਨ ਤੋਂ 2-3 ਮਹੀਨੇ ਪਹਿਲਾਂ ਤੱਕ ਵੀ ਮੈਂ ਫਿਲਮ 'ਚ ਨਹੀਂ ਸੀ ਹੈਗਾ, ਮਤਲਬ ਮੇਰੇ ਨਾਲ ਗੱਲ ਨਹੀਂ ਸੀ। ਅਚਾਨਕ ਫਿਰ ਇਹਨਾਂ ਦੀ ਕਾਸਟਿੰਗ 'ਤੇ ਜਦੋਂ ਇਹਨਾਂ ਦੁਬਾਰਾ ਵਰਕ ਕੀਤਾ ਤਾਂ ਇਹਨਾਂ ਨੂੰ ਉਹ ਕਲੰਦਰ ਵਾਲੇ ਕਰੈਕਟਰ 'ਚ ਮੈਂ ਫਿੱਟ ਨਜ਼ਰ ਆਇਆ। ਫਿਰ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਅਤੇ ਜਦੋਂ ਮੈਂ ਸੁਣਿਆ, ਜਾਂ ਸ਼ਰਨ ਨੇ ਪਹਿਲਾਂ ਸਕੈਚ 'ਤੇ ਹੀ ਮੈਨੂੰ ਮੇਰੀ ਲੁੱਕ ਦਿਖਾਈ, ਉਹ ਆਪ ਸਕੈਚ ਬਣਾਉਂਦੇ ਨੇ ਸ਼ਰਨ, ਹਾਂ, ਅਤੇ ਉਹਨਾਂ ਮੈਨੂੰ ਕਰੈਕਟਰ ਬਾਰੇ ਦੱਸਿਆ ਤਾਂ ਉਹ ਮਤਲਬ ਸਕੈਚ ਦੇਖ ਕੇ ਹੀ ਮੈਨੂੰ ਲੱਗਾ ਵੀ ਜੇ ਇਹ ਬੰਦੇ ਨੂੰ ਇਹ ਡਾਇਰੈਕਟਰ ਪਰਦੇ 'ਤੇ ਉਤਾਰ ਦੇਵੇ, ਔਰ ਕਿਉਂਕਿ ਮੇਰੇ ਫੇਸ ਦਾ ਹੀ ਉਹਨਾਂ ਸਕੈਚ ਬਣਾਇਆ ਸੀ, ਅਤੇ ਮੈਂ ਕਿਹਾ ਵੀ ਮੇਰੀ ਜ਼ਿੰਦਗੀ ਦਾ ਬਿਹਤਰੀਨ ਕੰਮ ਹੋਏਗਾ। ਐਂਡ ਉਹ ਜੋ ਮੈਂ ਸੋਚਿਆ ਸੀ ਉਸ ਤੋਂ ਵੀ ਵਧੀਆ ਹੋਇਆ ਜੀ। ਸੋ ਜਿਵੇਂ ਤਰਸੇਮ ਜਸੜ ਕਹਿੰਦੇ ਨੇ ਕਿ ਮੇਰੀ ਡ੍ਰੀਮ ਫਿਲਮ ਸੀਗੀ ਇਹ, ਮੇਰਾ ਡ੍ਰੀਮ ਪ੍ਰੋਜੈਕਟ ਸੀਗਾ ਕਿ ਇਹਨੂੰ ਮੈਂ ਕਰਾਂ। ਮੈਂ 4 ਤੋਂ 5 ਸਾਲ ਦਾ ਸਮਾਂ ਲੱਗਾ ਸਾਡੀ ਫਿਲਮ ਬਣਨ ਨੂੰ। ਸੋ ਤੁਸੀਂ ਵੀ ਦੱਸ ਕੇ ਹਟਿਓ, ਸੋ ਤੁਹਾਡੀ ਵੀ ਡ੍ਰੀਮ ਪ੍ਰੋਜੈਕਟ ਸੀ ਜਿਸ ਤਰ੍ਹਾਂ ਤੁਸੀਂ ਨਹੀਂ, ਉਹ ਤਰਸੇਮ ਜਸੜ ਹੋਣ ਦਾ ਥਾਟ ਇਹਦੇ ਨਾਲੋਂ ਵੱਖਰਾ ਹੈ, ਕਿਉਂਕਿ ਉਹ ਐਜ਼ ਪ੍ਰੋਡਿਊਸਰ ਜਾਂ ਐਜ਼ ਡਾਇਰੈਕਟਰ ਕਹਿ ਲਓ, ਸੌਰੀ ਐਕਟਰ ਕਹਿ ਲਓ, ਜਾਂ ਇੱਕ ਥਾਟ ਦੇ ਨਾਲ ਉਹ ਜੁੜੇ ਹੋਏ ਸੀ। ਉਹ 4 ਸਾਲ ਤੋਂ ਮਿਹਨਤ ਕਰ ਰਹੇ ਸੀ, ਉਹ ਕਹਿ ਸਕਦੇ ਮੇਰਾ ਡ੍ਰੀਮ ਪ੍ਰੋਜੈਕਟ ਸੀ। ਸੋ ਮੈਂ ਤਾਂ ਇਹ ਕਹਿ ਸਕਦਾ ਮੈਂ ਉਹਨਾਂ ਦਾ ਸੁਪਨਾ ਸੀ, ਅਤੇ ਮੈਂ ਤਾਂ ਇਹ ਕਹਿ ਸਕਦਾ ਮੈਂ ਤਾਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਮੈਨੂੰ ਇੱਦਾਂ ਦਾ ਰੋਲ ਕਦੇ ਕੋਈ ਆਫਰ ਕਰੇਗਾ ਹੈ ਨਾ, ਅਤੇ ਮੇਰੇ ਲਈ ਤਾਂ ਉਹਨਾਂ ਤੋਂ ਵੀ ਵੱਡਾ ਅਚੰਭਾ ਹੈ। ਠੀਕ ਹੈ ਨਾ ਸਰ, ਬਿਲਕੁਲ ਸਹੀ ਗੱਲ ਹੈ। ਵੈਸੇ ਵੀ ਅਸੀਂ ਤੁਹਾਨੂੰ ਦੇਖਿਆ ਨਹੀਂ, ਕੰਮ ਤਾਂ ਬਹੁਤ ਸੋਹਣਾ ਕੀਤਾ, ਅਤੇ ਹੁਣ ਇਹ ਮੈਨੂੰ ਲੱਗਦਾ ਕਿ ਸੁਪਨਿਆਂ ਦੇ ਵਿੱਚ ਵੀ ਆਏਗਾ। ਜਿਸ ਤਰ੍ਹਾਂ ਦਾ ਤੁਸੀਂ ਇਹ ਇਤਿਹਾਸ ਲੈ ਕੇ ਆ ਰਹੇ ਹੋ, ਜਿਹੜੀ ਚੀਜ਼ਾਂ ਤੋਂ ਅਸੀਂ ਵਾਂਝੇ ਹਾਂ ਉਹ ਚੀਜ਼ਾਂ ਸਾਡੇ ਤੱਕ ਪਹੁੰਚਣਗੀਆਂ ਇਸ ਫਿਲਮ ਦੇ ਰਾਹੀਂ। ਅਤੇ ਸਰ, ਸੈੱਟ 'ਤੇ ਮਾਹੌਲ ਦਾ ਜੇਕਰ ਮੈਂ ਜ਼ਿਕਰ ਕਰਾਂ, ਉੱਥੇ ਵੀ ਸ਼ਬਦ ਚੱਲਦੇ ਰਹਿੰਦੇ ਸੀ, ਰਿਲੀਜੀਅਸ ਮਾਹੌਲ ਸੀਗਾ ਬਿਲਕੁਲ ਸੈੱਟ 'ਤੇ। ਦੇਖੋ, ਮੈਂ ਇਹ ਨਹੀਂ ਕਹਾਂਗਾ ਕਿ ਰਿਲੀਜੀਅਸ ਮਾਹੌਲ ਹੁੰਦਾ ਸੀ ਉੱਥੇ, ਕਿਉਂਕਿ ਸਾਰਾ ਟਾਈਮ ਰਿਲੀਜੀਅਸ ਸ਼ੂਟ ਨਹੀਂ ਹੁੰਦਾ ਸੀ ਉੱਥੇ, ਹੈ ਨਾ। ਜਦੋਂ ਅਸੀਂ ਮੁਗਲ ਕਾਲ ਦਾ ਦੌਰ ਸ਼ੂਟ ਕਰ ਰਹੇ ਹਾਂ, ਕਦੇ ਅਸਲ 'ਚ ਪਹਿਲੋਂ ਜਿਹੜੇ ਜੋ ਕਰੈਕਟਰ ਨੇ, ਮੈਂ ਜੇ ਰਿਵੀਲ ਨਹੀਂ ਕਰਨਾ ਚਾਹੁੰਦਾ, ਲੋਕ ਫਿਲਮ 'ਚ ਹੀ ਦੇਖਣ, ਇਹ ਪਹਿਲੋਂ ਕੋਈ ਰਿਲੀਜੀਅਸ ਥਾਟ ਵਾਲੇ ਬੰਦੇ ਹੀ ਨਹੀਂ, ਉੱਥੇ ਰਿਲੀਜੀਅਸ ਥਾਟ ਆ ਹੀ ਨਹੀਂ ਸੀ ਸਕਦਾ। ਪਰ ਜਦੋਂ ਅਸੀਂ ਇਹਦਾ ਕਲਾਈਮੈਕਸ ਵੱਲ ਜਾਂਦੇ ਹਾਂ, ਜਦੋਂ ਇਹ ਬੰਦੇ ਆਪਣੇ ਜਾਹੋ ਜਲਾਲ 'ਚ ਨੇ, ਉਦੋਂ ਹਾਂ ਆਫਕੋਰਸ ਉਹ ਵਾਲਾ ਮਾਹੌਲ ਉੱਥੇ ਹੁੰਦਾ ਸੀ। ਔਰ ਉਦੋਂ ਸ਼ਬਦ ਤਾਂ ਚਲੋ ਵੈਸੇ ਹੀ ਸਾਡੀ ਵੈਰੰਟੀ ਵੈਨ 'ਚ ਲੱਗੇ ਰਹਿੰਦੇ ਨੇ, ਅਤੇ ਉਸ ਤੋਂ ਇਲਾਵਾ ਇਹ ਮਾਹੌਲ ਇੱਦਾਂ ਦਾ ਬਣ ਜਾਂਦਾ ਸੀ। ਇਤਿਹਾਸ 'ਤੇ ਬਹੁਤ ਗੱਲਾਂ ਹੋਈਆਂ। ਸੋ ਮਜ਼ੇ ਦੀ ਗੱਲ ਇਹ ਸੀ ਕਿ ਸ਼ੂਟਿੰਗ ਕਰਦੇ ਕੋਈ 5-4 ਸਬਜੈਕਟ ਹੋਰ ਵੀ ਐਸੇ ਸਾਹਮਣੇ ਆਏ ਨੇ। ਜੇ ਇਹ ਮਹਾਰਾਜ ਕਿਰਪਾ ਕਰਨੇ ਫਿਲਮ ਸੁਪਰ ਹਿੱਟ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਬਹੁਤ ਜਲਦੀ ਉਹ ਸਬਜੈਕਟਸ 'ਤੇ ਵੀ ਫਿਰ ਕੰਮ ਕੀਤਾ ਜਾਏਗਾ। ਇਸ ਸ਼ੂਟਿੰਗ 'ਤੇ ਸਾਨੂੰ ਇਹ ਬੜਾ ਫਾਇਦਾ ਹੋਇਆ ਕਿ ਇਤਿਹਾਸ ਬਹੁਤ ਫਰੋਲਿਆ ਗਿਆ। ਜੋ ਤਰਸੇਮ ਜੱਸੜ ਉਹਨਾਂ ਨੂੰ ਪਤਾ, ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ, ਜੋ ਮੈਨੂੰ ਪਤਾ ਮੈਂ ਡਿਸਕਸ ਕੀਤਾ, ਜੋ ਸ਼ਰਨ ਹੋਣਾ ਨੂੰ ਜਾਂ ਹੋਰ ਸਾਡੇ ਕੁਝ ਆਰਟਿਸਟਾਂ ਨੂੰ ਜੋ ਪਤਾ ਹੈ, ਉਹ ਚੀਜ਼ਾਂ ਉੱਥੇ ਬਹਿ ਕੇ ਡਿਸਕਸ ਹੋਈਆਂ। ਮਨਪ੍ਰੀਤ ਜੌਹਲ ਹੋਣੀ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਸੋ ਮੈਨੂੰ ਲੱਗਦਾ ਕਿ ਉਹ ਬੜਾ ਸਾਰਥਕ ਸਮਾਂ ਸੀ, ਜਿਹਦੇ ਨਾਲ ਬਹੁਤ ਕੁਝ ਪ੍ਰੋਡਕਟਿਵ ਜਿਹੜਾ ਉੱਥੇ ਡਿਸਕਸ ਹੋਇਆ। ਬਿਲਕੁਲ। ਸੋ ਸਰ, ਇਹ ਫਿਲਮ ਦਾ ਜਦ ਪੋਸਟਰ ਰਿਲੀਜ਼ ਹੋਇਆ, ਉਸ ਤੋਂ ਬਾਅਦ ਸਿਰਫ ਫਿਲਮ ਦੇ ਕਾਸਟ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਸਾਡੀਆਂ ਇੰਟਰਵਿਊਜ਼ ਦੇ ਦੌਰਾਨ ਵੀ ਇਸ ਫਿਲਮ ਨੂੰ ਪ੍ਰਮੋਟ ਕੀਤਾ ਹੈ ਕਿ ਮਸਤਾਨੇ ਜ਼ਰੂਰ ਦੇਖਿਓ, ਹੋਰ ਕੋਈ ਫਿਲਮ ਦੇਖੋ ਨਾ ਦੇਖੋ। ਸੋ ਕੀ ਲੱਗਦਾ ਕਿ 100 ਕਰੋੜ ਦਾ ਅੰਕੜਾ ਪਾਰ ਕਰ ਦੂਗੀ ਇਹ ਫਿਲਮ? ਦੇਖੋ, ਮੈਂ ਅੱਗੇ ਵੀ ਗੱਲ ਕਰ ਦਿੰਦਾ ਕਿ ਕਰੋੜ, ਵੈਸੇ ਤਾਂ ਮੈਨੂੰ ਕਰੋੜਾਂ ਦੀ ਗੱਲ ਕਰਨੀ ਉੱਦਾਂ ਚੰਗੀ ਨਹੀਂ ਲੱਗਦੀ, ਪਰ ਇਹ ਕਿ ਹੁਣ ਮਾਪਦੰਡ ਹੀ ਰਹਿ ਗਿਆ। ਹਾਲੀਵੁੱਡ ਨੇ ਸ਼ੁਰੂ ਕੀਤਾ ਲੋਕਾਂ ਨੂੰ ਦੱਸ ਕੇ 1200 ਕਰੋੜ ਕਰ ਗਈ ਜੀ, 4000 ਕਰੋੜ ਫਿਲਮ ਕਰ ਗਈ, ਟਾਈਟੈਨਿਕ ਇੰਨੇ ਕਰੋੜ ਕਰ ਗਈ। ਫਿਰ ਉਹ ਬਾਲੀਵੁੱਡ ਵੀ ਦੱਸਣ ਲੱਗ ਗਿਆ, ਸਾਊਥ ਵੀ ਦੱਸਣ ਲੱਗ ਗਿਆ, ਅਤੇ ਹੁਣ ਮਾਪਦੰਡ ਹੀ ਇਹ ਰਹਿ ਗਿਆ। ਅੱਗੇ ਹੁੰਦਾ ਸੀ ਸਿਲਵਰ ਜੁਬਲੀ, ਗੋਲਡਨ ਜੁਬਲੀ, ਹੁਣ ਅਸੀਂ ਕਹਿੰਦੇ ਹਾਂ ਇੰਨਾ ਬਿਜ਼ਨਸ ਕਰ ਗਈ। ਚਲੋ ਠੀਕ ਹੈ, ਜੋ ਨਵੇਂ ਸਮੇਂ ਦੇ ਨਾਲ ਜੋ ਮਾਪਦੰਡ ਨੇ ਉਹਦੇ 'ਤੇ ਗੱਲ ਹੋਣੀ ਚਾਹੀਦੀ ਹੈ। ਪਰ ਮੈਨੂੰ ਲੱਗਦਾ ਕਿ 100 ਕਰੋੜ ਤਾਂ ਸਾਡੀ ਇੰਡਸਟਰੀ ਨੇ ਕਰ ਲਿਆ, ਹੁਣ ਅਗਲਾ ਰਿਕਾਰਡ ਤਾਂ ਫਿਰ 150 ਕਰੋੜ ਦਾ ਬਣਦਾ ਨਾ ਜੀ। ਸੋ ਵੀ ਆਰ ਲੁਕਿੰਗ ਫਾਰਵਰਡ ਕਿ ਅਸੀਂ ਮਸਤਾਨੇ ਦੇ ਨਾਲ 150 ਕਰੋੜ ਦਾ ਰਿਕਾਰਡ ਸੈੱਟ ਕਰੀਏ। ਕੀ ਬਾਤ ਹੈ, ਕੀ ਬਾਤ ਹੈ। ਸੋ ਸਰ, ਯੂਥ ਨੂੰ ਔਰ ਬਾਕੀ ਜਿਹੜੇ ਪੈਰੈਂਟਸ ਨੇ ਇਸ ਫਿਲਮ ਨੂੰ ਜ਼ਰੂਰ ਦੇਖਣ ਆਉਣ। ਇੱਕ ਤੁਹਾਡੀ ਅਪੀਲ ਅਸੀਂ ਚਾਹਾਂਗੇ ਕਿ ਕਿਉਂਕਿ ਫਿਲਮ ਜਿਹੜੀ 25 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ। ਬਿਲਕੁਲ ਦੱਸੋ, ਮੈਂ ਬੇਨਤੀ ਕਰ ਰਿਹਾ ਕਿ ਜਿੱਦਾਂ ਹੁਣ ਵੀ ਮੇਰੀ ਇੱਕ ਵੀਡੀਓ ਫਿਰ ਵਾਇਰਲ ਹੋ ਰਹੀ ਹੈ ਨਾ, ਜਿਹੜੀ ਉਹ ਮੈਂ ਵੈਸੇ ਕਦੇ ਵੀਡੀਓ ਇਸ ਕਰਕੇ ਨਹੀਂ ਸੀ ਬੋਲੀ, ਉਹ ਤਾਂ ਮੈਂ ਕਿਸੇ ਫਿਲਮ ਨੂੰ ਪ੍ਰਮੋਟ ਕਰਨ ਗਿਆ ਸੀ, ਅਤੇ ਮੈਂ ਉਦੋਂ ਇਹੀ ਦੱਸ ਰਿਹਾ ਸੀ ਕਿ ਸਿਨੇਮਾ ਕਿਵੇਂ ਸਾਡੇ ਇਤਿਹਾਸ ਨੂੰ ਕੈਰੀ ਕਰ ਸਕਦਾ। ਔਰ 15 ਸਾਲ ਪੁਰਾਣੀ ਗੱਲ ਹੋਣੀ ਹੈ,
ਤੇ ਉਹ ਗੱਲ ਦਾ ਅਸਰ ਤੁਸੀਂ ਵੇਖ ਹੀ ਰਹੇ ਹੋ। ਔਰ ਉਹਦਾ ਮਜ਼ਾ ਕੀ ਆਇਆ ਸੀ ਮੈਨੂੰ ਕਿ ਮੈਂ ਉਸ ਤੋਂ ਬਾਅਦ ਦੀ ਗੱਲ ਹੈ, ਜਦੋਂ ਵੀਡੀਓ ਵਾਇਰਲ ਹੋਈ 14-15 ਦੀ ਗੱਲ ਹੋਣੀ, 13-14 ਦੀ ਗੱਲ ਹੋਣੀ ਹੈ, ਮੈਂ ਸੰਗਰੂਰ ਵਾਲੇ ਪਾਸੇ ਕਿਤੇ ਸ਼ੂਟਿੰਗ ਕਰਦਾ ਪਿਆ ਸੀ। ਉੱਥੇ 4-5 ਬੱਚੇ ਰਾਤ ਤੱਕ ਖੜੇ ਰਹੇ ਸ਼ੂਟਿੰਗ ਦੇਖਣ। ਮੈਂ ਦੇਖਿਆ ਵੀ ਬੱਚੇ ਸ਼ਾਮ ਤੋਂ ਹੀ ਆਏ ਹੋਏ ਨੇ, ਦੁਪਹਿਰ ਤੋਂ ਹੀ, ਤੇ ਫੋਟੋ ਵੀ ਨਹੀਂ ਕਰਾ ਰਹੇ, ਸ਼ੂਟ ਵੀ ਦੇਖੀ ਜਾਂਦੇ ਪਏ ਨੇ। ਮੋਸਟਲੀ ਲੋਕੀ ਫੋਟੋ ਕਰਾਉਣ ਆਉਂਦੇ ਆ ਔਰ ਫੋਟੋ ਕਰਾ ਕੇ ਚਲੇ ਜਾਂਦੇ ਆ। ਤੇ ਉਹ ਖੜੇ, ਮੈਂ ਰਾਤ ਨੂੰ ਜਦੋਂ ਸ਼ੂਟਿੰਗ ਤੋਂ ਵਿਹਲਾ ਹੋਇਆ, ਕਹਿੰਦੇ ਸਰ ਅਸੀਂ ਵੇਟ ਕਰਦੇ ਸੀ ਤੁਹਾਡੇ ਫ੍ਰੀ ਹੋਣ ਦੀ। ਤੇ ਮੈਂ ਕਿਹਾ ਤੁਸੀਂ ਕਾਕੇ ਫੋਟੋ ਕਰਾਉਣੀ ਸੀ, ਕਰਾ ਲੈਂਦੇ, ਤੁਸੀਂ ਐਵੇਂ ਖੜੇ ਰਹੇ। ਕਹਿੰਦੇ ਨਹੀਂ ਜੀ ਅਸੀਂ ਛੁੱਟੀ ਲੈ ਕੇ ਆਏ ਸੀ, ਅੱਜ ਕਾਲਜੋਂ ਛੁੱਟੀ ਲੈ ਕੇ ਆਏ ਔਰ ਘਰ ਵੀ ਦੱਸ ਕੇ ਆਏ ਲੇਟ ਹੋ ਜਾਵਾਂਗੇ, ਕੋਈ ਨਹੀਂ। ਮੈਂ ਕਿਹਾ ਕਰਾ ਲਓ ਫੋਟੋ। ਕਹਿੰਦੇ ਨਹੀਂ ਫੋਟੋ ਨਹੀਂ ਕਰਾਉਣ ਆਏ ਜੀ। ਤੇ ਉਹ ਇੱਕ ਕਲਾਕਾਰ ਅੰਦਰੋਂ ਹਰਟ ਵੀ ਹੋ ਜਾਂਦਾ ਜਦੋਂ ਕੋਈ ਕਹਿੰਦਾ ਫੋਟੋ ਕਰਾਉਣ ਨਹੀਂ ਆਏ, ਹੈ ਨਾ। ਤੇ ਪਰ ਮੈਨੂੰ ਉਹਨਾਂ ਦੀ ਗੱਲ ਫੋਟੋ ਤੋਂ ਵੀ ਬਹੁਤ ਵੱਡੀ ਲੱਗੀ। ਕਹਿੰਦੇ ਅਸੀਂ ਤੁਹਾਡੀ ਉਹ ਵੀਡੀਓ ਦੇਖੀ ਹੈ ਜੀ। ਮੈਂ ਕਿਹਾ ਹਾਂਜੀ। ਕਹਿੰਦੇ ਅਸੀਂ ਨਾ ਨੋਟ ਕਰਨ ਆਏ ਹਾਂ, ਸਾਨੂੰ ਕਿਤਾਬਾਂ ਦੱਸੋ। ਕਹਿੰਦੇ ਰਾਣੀ ਜਿੰਦਾਂ ਬਾਰੇ ਪੜ੍ਹਨਾ ਹੋਵੇ ਤਾਂ ਕਿਹੜੀ ਬੈਸਟ ਬੁੱਕ ਹੈ, ਆਲਮ ਸਿੰਘ ਨੱਚਣਾ ਬਾਰੇ ਪੜ੍ਹਨਾ ਹੋਵੇ ਕਿਹੜੀ ਬੈਸਟ ਬੁੱਕ ਹੈ, ਜਾਂ ਹੋਰ ਤੁਹਾਨੂੰ ਜਿਹੜੀਆਂ ਕਿਤਾਬਾਂ ਲੱਗਦੀਆਂ ਹੋਣ ਕਿ ਸਾਨੂੰ ਪੜ੍ਹਨੀਆਂ ਚਾਹੀਦੀਆਂ, ਭਾਈ ਜੈਤਾ ਜੀ ਬਾਰੇ ਪੜ੍ਹਨਾ ਹੋਵੇ ਤਾਂ ਕਿੱਥੋਂ ਪੜ੍ਹੀਏ, ਸਾਨੂੰ ਉਹ ਕਿਤਾਬਾਂ ਦੱਸੋ। ਮੈਨੂੰ ਇੰਨੀ ਖੁਸ਼ੀ ਹੋਈ। ਔਰ ਮਜ਼ੇ ਦੀ ਗੱਲ ਹੈ ਕਿ ਉਹ ਕਿਸੇ ਇੱਕ ਰਿਲੀਜਨ ਨਾਲ ਬਿਲੋਂਗ ਕਰਦੇ ਬੱਚੇ ਨਹੀਂ ਸੀ। ਉਹ ਤਾਂ ਮਤਲਬ ਕਿਸੇ ਦੇ ਨਾਂ ਦੇ ਮਗਰ ਗਰਗ ਵੀ ਲੱਗਦਾ ਸੀ, ਕਿਸੇ ਦੇ ਮਗਰ ਬਾਂਸਲ ਵੀ ਲੱਗਦਾ ਸੀ। ਉਹਨਾਂ ਮੈਨੂੰ ਖੁਸ਼ੀ ਹੋਈ ਕਿ ਇਹਨਾਂ ਦਾ ਇਤਿਹਾਸ ਹੈ ਭਾਈ ਪੰਜਾਬੀਆਂ ਦਾ, ਔਰ ਆਪਣਾ ਇਤਿਹਾਸ ਮੰਗਣ ਆਏ ਨੇ ਸਾਡੇ ਕੋਲੋਂ। ਔਰ ਜੇ ਸਾਡੀ ਪੀੜ੍ਹੀ ਅੱਜ ਦੀ ਜਿਹੜੀ ਅੱਜ ਦੀ ਜ਼ਿੰਮੇਵਾਰ ਪੀੜ੍ਹੀ ਹੈ, ਜੇ ਉਹ ਇਹਨਾਂ ਨੂੰ ਇਤਿਹਾਸ ਦੇ ਹੀ ਨਹੀਂ ਸਕਦੀ, ਉਹ ਫਿਰ ਕਿਤੋਂ ਹੋਰ ਜਾ ਕੇ ਕੁਝ ਹੋਰ ਮੰਗ ਲੈਣਗੇ। ਉਹ ਫਿਰ ਜੋ ਉਹਨਾਂ ਨੂੰ ਮਿਲੇਗਾ ਉਹਨੂੰ ਹੀ ਜ਼ਿੰਦਗੀ ਸਮਝਣਗੇ। ਸੋ ਮੈਨੂੰ ਬਹੁਤ ਖੁਸ਼ੀ ਹੋਈ। ਉਹਨਾਂ ਬੱਚਿਆਂ ਨੂੰ ਫਿਰ ਮੈਂ ਸੁਜੈਸਟ ਕੀਤੀਆਂ ਕਿਤਾਬਾਂ ਕਿ ਤੁਹਾਨੂੰ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਔਰ ਬਾਅਦ 'ਚ ਉਹਨਾਂ 'ਚੋਂ ਇੱਕ ਦਾ ਫੋਨ ਵੀ ਆਇਆ, ਮੇਰੇ ਮੈਨੇਜਰ ਦਾ ਨੰਬਰ ਉਹ ਲੈ ਗਏ ਸੀ ਕਿ ਅਸੀਂ ਪੜ੍ਹੀਆਂ ਅਤੇ ਸਾਨੂੰ ਬਹੁਤ ਮਜ਼ਾ ਆਇਆ। ਅਸੀਂ ਹੋਰਾਂ ਨੂੰ ਵੀ ਕਹਿੰਦੇ ਉਹ ਕਿਤਾਬਾਂ ਸੁਜੈਸਟ ਕਰ ਰਹੇ ਹਾਂ, ਲੋਕਾਂ ਨੂੰ ਲੈ ਕੇ ਵੀ ਦੇ ਰਹੇ ਹਾਂ। ਸੋ ਇਤਿਹਾਸ ਦੀ ਆਪਣੇ ਆਪ 'ਚ ਬੜੀ ਵੈਲਿਊ ਹੁੰਦੀ ਹੈ। ਬਿਲਕੁਲ ਸਰ, ਤੁਸੀਂ ਕਿਤਾਬਾਂ ਦਾ ਜ਼ਿਕਰ ਕੀਤਾ ਹੈ। ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਕਿੰਨੀ ਕੁ ਰਿਸਰਚ ਹੋਈ, ਕਿ ਤੁਸੀਂ ਕਿੰਨਾ ਕੁ ਪੜ੍ਹਿਆ ਇਸ ਫਿਲਮ ਬਾਰੇ, ਆਈ ਮੀਨ ਇਸ ਕੈਰੈਕਟਰ ਬਾਰੇ, ਔਰ ਜਿਹੜੇ ਕੈਰੈਕਟਰਸ ਹੋਰ ਨੇ ਉਹਨਾਂ 'ਤੇ ਕਿੰਨੀ ਕੁ ਰਿਸਰਚ ਕੀਤੀ ਗਈ? ਹਾਂ ਦੇਖੋ, ਮੈਂ ਵੈਸੇ ਥੋੜ੍ਹਾ ਇਤਿਹਾਸ ਦਾ ਸ਼ੌਕੀਨ ਹੀ ਹਾਂ, ਕਦੇ ਕਦੇ ਦਾ ਲੱਗੇ ਤਾਂ ਪੜ੍ਹ ਲੈਂਦਾ ਉਹਨਾਂ ਵਿੱਚੋਂ। ਮੈਂ ਬਹੁਤ ਵੱਡਾ ਰੀਡਰ ਨਹੀਂ ਹਾਂ ਕਿ ਮੇਰੀ ਇਮੇਜ ਹੀ ਇੱਦਾਂ ਦੀ ਬਣ ਜਾਏ ਵੀ ਬਹੁਤ ਕਿਤਾਬਾਂ ਪੜ੍ਹਦਾ। ਐਡੀ ਕੋਈ ਗੱਲ ਨਹੀਂ, ਨਾ ਮੈਂ ਇੱਦਾਂ ਦਾ ਕੋਈ ਆਪਣੇ ਨੰਬਰ ਬਣਾਉਣੇ ਵੀ ਮੈਂ ਅੱਛਾ ਬੁੱਕ ਰੀਡਰ ਹਾਂ। ਜਦੋਂ ਕਿਤੇ ਦਾ ਲੱਗੇ, ਕੋਈ ਅੱਛੀ ਚੀਜ਼ ਹੱਥ ਲੱਗੇ, ਮੈਂ ਜ਼ਰੂਰ ਪੜ੍ਹਦਾ। ਔਰ ਪੜ੍ਹਨਾ ਚਾਹੀਦਾ ਹੈ ਨਾ। ਔਰ ਟਾਈਮ ਲੱਗੇ, ਮਤਲਬ ਮੈਂ ਅੱਗੇ ਟਰੈਵਲਿੰਗ 'ਚ ਪੜ੍ਹ ਲੈਂਦਾ ਸੀ, ਹੁਣ ਟਰੈਵਲਿੰਗ 'ਚ ਪੜ੍ਹਨ ਲੱਗਿਆ ਦਿੱਕਤ ਹੁੰਦੀ ਹੈ, ਪੜ੍ਹ ਨਹੀਂ ਸਕਦਾ, ਫਿਰ ਉਹ ਅੱਖਾਂ 'ਤੇ ਸਟ੍ਰੇਨ ਪੈਂਦਾ। ਫਿਰ ਘਰ ਜਦੋਂ ਫ੍ਰੀ ਹੁੰਦਾ ਉਦੋਂ ਜ਼ਰੂਰ ਥੋੜ੍ਹਾ ਬਹੁਤ ਪੜ੍ਹਦਾ ਮੈਂ। ਅਤੇ ਇਹਨਾਂ ਬਾਰੇ ਮੈਂ ਥੋੜ੍ਹਾ ਬਹੁਤਾ ਪੜ੍ਹਿਆ ਵੀ ਹੋਇਆ ਸੀ, ਬਚਪਨ 'ਚ ਸੁਣਿਆ ਵੀ ਹੋਇਆ ਸੀ। ਅਤੇ ਤਵਾਰੀਖ ਖਾਲਸਾ ਦੇ ਵਿੱਚ ਇਹਨਾਂ ਪਾਤਰਾਂ ਦਾ ਜ਼ਿਕਰ ਵੀ ਹੈਗਾ। ਔਰ ਹੋਰ ਵੀ ਕਈ ਬੁੱਕਸ ਦੇ ਵਿੱਚ ਇੱਦਾਂ ਦੇ ਕਹਾਣੀਆਂ ਦਾ ਜ਼ਿਕਰ ਹੈ, ਅਲੱਗ-ਅਲੱਗ ਰੂਪ 'ਚ ਹੈ, ਪਰ ਹੈ ਇਸ ਕਹਾਣੀ ਦਾ ਜ਼ਿਕਰ। ਅਤੇ ਫਿਰ ਮੈਂ ਕੁਝ ਸੀਨੀਅਰਸ ਨਾਲ ਵੈਸੇ ਫ਼ੋਨ 'ਤੇ ਵੀ ਡਿਸਕਸ ਕੀਤਾ ਵੀ ਉਹ ਜਿਹੜੀ ਆਪਾਂ ਇੱਕ ਵਾਰੀ ਗੱਲ ਸੁਣੀ ਹੋਈ ਆ ਉਹ ਕਿੱਦਾਂ। ਫਿਰ ਮੈਂ ਤਫਸੀਲ ਲਈ ਉਹਦੀ, ਫਿਰ ਮੈਂ ਥੋੜ੍ਹਾ ਹੋਰ ਕਰੈਕਟਰ ਬਾਰੇ ਜਾਣਿਆ, ਫਿਰ ਮੈਂ ਡਾਇਰੈਕਟਰ ਦੇ ਨਾਲ 2-3 ਵਾਰੀ ਬੈਠਿਆ, ਡਿਟੇਲ ਲਈ, ਤਾਂ ਫਿਰ ਤੁਸੀਂ ਸਮਝ ਜਾਂਦੇ ਹੋ ਉਸ ਕਰੈਕਟਰ ਨੂੰ। ਸੋ ਬਹੁਤ-ਬਹੁਤ ਧੰਨਵਾਦ ਸਰ, ਸਾਡੇ ਨਾਲ ਖਾਸ ਤੌਰ 'ਤੇ ਗੱਲਬਾਤ ਕਰਨ। ਬਹੁਤ ਸ਼ੁਕਰੀਆ ਜੀ, ਦੈਨਿਕ ਸਵੇਰਾ ਦਾ ਤੁਹਾਡਾ ਬਹੁਤ ਧੰਨਵਾਦ। ਔਰ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਸਮਾਂ ਹੁੰਦਾ ਹੈ, ਇੱਕ ਅਸੀਂ ਇਤਿਹਾਸ ਦੀ ਗੱਲ ਕਰ ਰਹੇ ਹਾਂ, ਹੁਣ ਅਗਲਾ ਵਾਗਡੋਰ ਤੁਹਾਡੇ ਹੱਥ ਹੈ। ਤੁਸੀਂ ਵੀ ਇੱਕ ਇਤਿਹਾਸ ਬਣਾ ਸਕਦੇ ਹੋ। ਆਪਣੀ ਇਸ ਫਿਲਮ ਨੂੰ ਇੰਨਾ ਵੱਡਾ ਕਰ ਦਿਓ ਸਾਰੇ ਸੰਸਾਰ ਦੇ ਵਿੱਚ ਕਿ ਦੁਨੀਆ ਸਾਡੇ ਵੱਲ ਦੇਖੇ ਕਿ ਇਹ ਪੰਜਾਬੀ ਦਾ ਇਹ ਸਿਨੇਮਾ ਵੀ ਸ਼ੁਰੂ ਹੋ ਚੁੱਕਾ। ਅਸੀਂ ਜੋ ਕਰਨਾ ਸੀ ਕਰ ਲਿਆ। ਇਹਦਾ ਇੰਤਜ਼ਾਰ ਨਾ ਕਰਿਓ ਕਿ TV 'ਤੇ ਆਏਗੀ ਦੇਖ ਲਾਂਗੇ, OTT 'ਤੇ ਆਏਗੀ ਦੇਖ ਲਾਂਗੇ। ਇਸ ਸਿਨੇਮਿਆਂ ਦੇ ਵਿੱਚ ਤੁਸੀਂ ਗਾਹ ਪਾ ਦਿਓ, ਪਤਾ ਲੱਗ ਜਾਏ ਕਿ ਫੈਸਟੀਵਲ ਹੈ ਇੱਕ, ਇਹ ਕੋਈ ਫਿਲਮ ਨਹੀਂ ਹੈ। ਪਤਾ ਲੱਗੇ ਕਿ ਫੈਸਟੀਵਲ ਦੀ ਤਰ੍ਹਾਂ ਆਪਾਂ ਇਸ ਫਿਲਮ ਨੂੰ, ਮਸਤਾਨੇ ਨੂੰ ਮਨਾ ਰਹੇ ਹਾਂ। ਤਾਂ ਹੀ ਸਾਡੀ ਵੀ ਮਿਹਨਤ ਦਾ ਫਾਇਦਾ, ਤਾਂ ਹੀ ਤੁਹਾਡੀ ਮੁਹੱਬਤ ਦਾ ਫਾਇਦਾ ਕਿ ਉਹਦਾ ਕੋਈ ਮੁੱਲ ਪਵੇ। ਬਹੁਤ ਸ਼ੁਕਰੀਆ ਜੀ। ਮਸਤਾਨੇ 25 ਅਗਸਤ ਨੂੰ ਲੱਗ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ 'ਚ। ਬੱਚਿਆਂ ਨੂੰ ਜ਼ਰੂਰ ਦਿਖਾਓ, ਆਪ ਦੇਖੋ, ਵੱਡਿਆਂ ਦੇ ਨਾਲ ਬਹਿ ਕੇ ਦੇਖੋ ਮਸਤਾਨੇ। ਸੋ ਇਸੀ ਮੇਰੇ ਨਾਲ ਗੁਰਪ੍ਰੀਤ ਘੁੱਗੀ, ਜਿਨ੍ਹਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਹੈ। ਫਿਲਮ ਮਸਤਾਨੇ 25 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ। ਸੋ ਇਸ ਫਿਲਮ ਦਾ ਅਸੀਂ ਮਾਣ ਵਧਾਉਣਾ ਹੈ ਤੇ ਇਸ ਫਿਲਮ ਨੂੰ ਸਭ ਤੋਂ ਵੱਡਾ ਜੋ ਹੈ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਉਣਾ, ਕਿਉਂਕਿ ਮਸਤਾਨੇ ਉਹ ਸਾਨੂੰ ਐਗਜ਼ਾਮਪਲਸ ਦੇ ਕੇ ਜਾਏਗੀ, ਉਹ ਇਨਫੋਰਮੇਸ਼ਨ ਦੇ ਕੇ ਜਾਏਗੀ ਜਿਸ ਤੋਂ ਅਸੀਂ ਸ਼ਾਇਦ ਬਹੁਤ ਸਮੇਂ ਤੋਂ ਵਾਂਝੇ ਹਾਂ। ਤੇ ਕਿਤਾਬਾਂ ਦੇ ਵਿੱਚ ਵੀ ਅਸੀਂ ਇਹ ਸਾਰਾ ਕੁਝ ਨਹੀਂ ਪੜ੍ਹਿਆ ਹੋਇਆ ਜੋ ਤੁਸੀਂ ਵਿਜ਼ੂਅਲੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖ ਪਾਓਗੇ। ਫਿਲਹਾਲ ਮੈਨੂੰ ਯਾਨੀ ਕਿ ਮਨਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ।